ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਪਿਆਰੀ ਸਾਧ ਸੰਗਤ ਜੀ, ਬਾਜਾਂ ਵਾਲੇ ਦੇ ਦਰਬਾਰ ਵਿੱਚ ਇੱਕ ਸਿੰਘ ਸੇਵਾ ਕਰਿਆ ਕਰਦਾ ਸੀ। ਚੌਰ ਸਾਹਿਬ ਦੀ ਘਰ ਪੁੱਤਰ ਨਹੀਂ ਸੀ। ਕਾਫੀ ਸਾਲ ਲੰਘ ਗਏ ਸੀ ਵਿਆਹ ਨੂੰ। ਘਰ ਵਾਲੀ ਇੱਕ ਦਿਨ ਉਸ ਨੂੰ ਕਹਿਣ ਲੱਗੀ ਕਿ ਤੁਸੀਂ ਬਾਜਾਂ ਵਾਲੇ ਦੇ ਇੰਨੇ ਨੇੜੇ ਹੋ ਤੇ ਫਿਰ ਕਿਉਂ ਨਹੀਂ ਉਹਨਾਂ ਤੋਂ ਪੁੱਤਰ ਮੰਗਦੇ। ਬਾਜਾਂ ਵਾਲਾ ਤੇ ਸਭ ਕੁਝ ਦੇ ਸਕਦਾ ਹੈ, ਸਭ ਕੁਝ ਬਾਜਾਂ ਵਾਲੇ ਦੇ ਹੱਥ ਵਿੱਚ ਹੈ, ਤੁਸੀਂ ਕਿਉਂ ਨਹੀਂ ਮੰਗਦੇ। ਕਹਿੰਦਾ ਮੈਨੂੰ ਝਿਜਕ ਆਉਂਦੀ ਹੈ ਕਿ ਕਿਵੇਂ ਮੈਂ ਦੁਨਿਆਵੀ ਚੀਜ਼ ਮੰਗਾਂ, ਆ ਮੋਹ ਮਾਇਆ ਵਾਲੀਆਂ ਚੀਜ਼ਾਂ ਮੰਗਾਂ। ਕਹਿੰਦੀ ਸਰਦਾਰ ਜੀ, ਇਹ ਵੀ ਸੰਸਾਰ ਦੇ ਨਾਲ ਗੰਢ ਪੈਣੀ ਜ਼ਰੂਰੀ ਹੈ। ਮੇਰੀ ਬੇਨਤੀ ਹੈ, ਤੁਸੀਂ ਬਾਜਾਂ ਵਾਲੇ ਦੇ ਇੰਨੇ ਨੇੜੇ ਹੋ, ਚੋਰ ਬਰਬਾਰ ਹੋ, ਤੁਸੀਂ ਕਿਉਂ ਨਹੀਂ ਮੰਗਦੇ। ਮੰਗੋ। ਘਰ ਵਾਲੀ ਤੇ ਕਹੇ ਤੇ ਬਾਜਾਂ ਵਾਲੇ ਕੋਲ ਉਹ ਚਲਿਆ ਗਿਆ। ਚੋਰ ਸਾਹਿਬ ਦੀ ਸੇਵਾ ਤੋਂ ਵਿਹਲਾ ਹੋ ਕੇ ਉਹ ਸਤਿਗੁਰ ਦੇ ਸਨਮੁਖ ਹੋਇਆ, ਹੱਥ ਜੋੜ ਕੇ ਖਲੋ ਗਿਆ। ਪਾਤਸ਼ਾਹ ਕਹਿੰਦੇ, ਸਿੱਖਾ ਕੀ ਚਾਹੀਦਾ ਈ। ਕਹਿੰਦਾ, ਪਾਤਸ਼ਾਹ ਤੁਸੀਂ ਸਿਫਤਾਂ ਦੇ ਨਾਲ ਗੰਢ ਪਾਈ ਹੋਈ ਹੈ, ਆਪਣੇ ਚਰਨਾਂ ਨਾਲ ਗੰਢ ਪਾਈ ਹੈ। ਜੇ ਹੁਣ ਇੱਕ ਔਲਾਦ ਦੀ ਦਾਤ ਦੇ ਕੇ ਦੁਨੀਆ ਨਾਲ ਗੰਢ ਪਾ ਦੇਵੋ ਤਾਂ ਬੜਾ ਚੰਗਾ ਹੋਏਗਾ। ਮਹਾਰਾਜ ਜੀ 2 ਮਿੰਟ ਚੁੱਪ ਹੋ ਗਏ ਤੇ ਚੁੱਪ ਹੋ ਕੇ ਕਹਿੰਦੇ, ਹਲੇ ਨਹੀਂ। ਕਹਿੰਦਾ ਜੀ, 7 ਬਚਨ। ਘਰ ਆ ਗਿਆ। ਥੋੜਾ ਸਮਾਂ ਲੰਘਿਆ। ਘਰ ਵਾਲੀ ਨੇ ਫਿਰ ਬੇਨਤੀ ਕੀਤੀ। ਕਹਿੰਦੀ, ਜੀ ਜਾਓ ਮੰਗੋ। ਉਹ ਕਹਿੰਦਾ, ਭਾਗਵਾਨੇ, ਮਸਾਂ ਮੈਂ ਇੱਕ ਵਾਰੀ ਮੰਗਿਆ ਸੀ, ਮਹਾਰਾਜ ਜੀ ਕਹਿੰਦੇ ਹਾਲੇ ਨਹੀਂ, ਜਦੋਂ ਉਹਨਾਂ ਦਾ ਹੁਕਮ ਹੋਏਗਾ ਦੇ ਦੇਣਗੇ। ਕਿਉਂ ਆਪਾਂ ਜਿੱਦ ਕਰਨੀ ਹੈ। ਉਹ ਬੀਬੀ ਵੀ ਆਪਣੀ ਥਾਂ ਸਹੀ ਸੀ। ਹਰ ਬੀਬੀ ਨੂੰ ਸ਼ੌਂਕ ਹੁੰਦਾ ਹੈ ਮੇਰੀ ਕੁੱਖ ਨੂੰ ਵੀ ਭਾਗ ਲੱਗੇ, ਮੇਰੀ ਵੀ ਕੋਈ ਔਲਾਦ ਹੋਵੇ। ਜਿਹੜੀ ਬੀਬੀ ਦੀ ਔਲਾਦ ਨਹੀਂ ਹੁੰਦੀ, ਉਸ ਤੋਂ ਬਹੁਤ ਦਾਗ ਲਾਉਂਦੀ ਹੈ ਇਹ ਦੁਨੀਆ। ਜਿੱਦ ਕਰਨ ਲੱਗ ਗਈ ਕਿ ਤੁਸੀਂ ਇੱਕ ਵਾਰ ਹੋਰ ਬੇਨਤੀ ਕਰੋ ਕਲਗੀਧਰ ਅੱਗੇ। ਘਰ ਵਾਲੀ ਦੀ ਜਿੱਦ ਕਰਕੇ ਫਿਰ ਮਹਾਰਾਜ ਅੱਗੇ ਜਾ ਕੇ ਉਹ ਸਿੰਘ ਖਲੋ ਗਿਆ ਅਤੇ ਹੱਥ ਜੋੜ ਕੇ ਪਾਤਸ਼ਾਹ ਅੱਗੇ ਕਹਿਣ ਲੱਗਾ, ਮਹਾਰਾਜ ਕਿਰਪਾ ਦਿਓ, ਘਰ ਔਲਾਦ ਨਹੀਂ ਹੈ, ਕਿਰਪਾ ਕਰੋ। ਮਹਾਰਾਜ ਜੀ ਨੇ ਫਿਰ ਬਚਨ ਕੀਤਾ, ਹਲੇ ਨਹੀਂ। ਫਿਰ ਚੁੱਪ ਕਰਕੇ ਘਰ ਚਲਿਆ ਗਿਆ। 7 ਬਚਨ ਕਹਿ ਕੇ ਘਰ ਵਾਲੀ ਨੂੰ ਜਾ ਕੇ ਕਹਿਣ ਲੱਗਾ, ਤੈਨੂੰ ਕਿਹਾ ਸੀ ਹਜੇ ਨਹੀਂ। ਹੁਣ ਇੰਨੇ ਦਿਨਾਂ 'ਚ ਘਰ ਵਾਲੀ ਕੋਲ ਗਈ। ਬੀਬੀਆਂ ਆਈਆਂ ਤੇ ਕੰਨ ਭਰ ਗਈਆਂ। ਕਹਿੰਦੀਆਂ, ਤੇਰਾ ਸਿੰਘ ਬਾਜਾਂ ਵਾਲੇ ਦੇ ਦਰਬਾਰ ਵਿੱਚ ਸੇਵਾ ਕਰਦਾ ਹੈ। ਕਿਹਾ ਜਾਂਦਾ ਉਹ ਬਾਜਾਂ ਵਾਲਾ ਸਭ ਕੁਝ ਦਿੰਦਾ ਹੈ, ਜੋ ਕਰਮਾਂ 'ਚ ਨਹੀਂ ਹੈ ਉਹ ਵੀ ਮਿਲ ਜਾਂਦਾ ਹੈ, ਫਿਰ ਤੈਨੂੰ ਕਿਉਂ ਨਹੀਂ ਦਿੰਦੇ। ਉਹ ਇੰਨੀਆਂ ਗੱਲਾਂ ਕਰ ਕਰਕੇ ਉਸ ਨੂੰ ਅਸ਼ਰਦਕ ਬਣਾ ਦਿੰਦੀਆਂ ਨੇ। ਉਹ ਬੀਬੀਆਂ ਆਪਣੇ ਘਰ ਵਾਲੇ ਨੂੰ ਕਹਿਣ ਲੱਗੀ, ਫਲਾਨੀ ਥਾਂ 'ਤੇ ਚੱਲ, ਉੱਥੇ ਦੀਵਾ ਬਾਲੀਏ, ਉੱਥੇ ਸਾਰੀਆਂ ਮੁਰਾਦਾਂ ਪੂਰੀਆਂ ਹੋਣਗੀਆਂ। ਉਹ ਕਹਿੰਦਾ, ਨਹੀਂ, ਸਾਨੂੰ ਹੁਕਮ ਨਹੀਂ ਹੈ, ਗੁਰੂ ਦੇ ਦਰ ਨੂੰ ਛੱਡ ਕੇ ਕਿਤੇ ਹੋਰ ਨਾ ਜਾਈਏ। ਕੁਝ ਦਿਨ ਲੰਘੇ ਤੇ ਬੀਬੀ ਫਿਰ ਸਰਦਾਰ ਜੀ ਨੂੰ ਕਹਿੰਦੀ ਕਿ ਬਾਜਾਂ ਵਾਲੇ ਕੋਲ ਜਾਓ ਤੇ ਔਲਾਦ ਦੀ ਬਖਸ਼ਿਸ਼ ਮੰਗੋ। ਉਹ ਫਿਰ ਕਹਿੰਦਾ ਵੀ ਤੈਨੂੰ ਕਿਹਾ, ਜਦੋਂ ਮਹਾਰਾਜ ਜੀ ਦਾ ਬਚਨ ਹੋਊ ਆਪੇ ਦੇ ਦੇਣਗੇ। ਘਰ ਵਾਲੀ ਕਿੱਥੇ ਮੰਨਣ ਵਾਲੀ ਸੀ, ਅੜ ਕੇ ਬਹਿ ਗਈ ਕਿ ਉਹ ਨਹੀਂ ਦੇ ਸਕਦੇ, ਨਹੀਂ ਦੇਣਗੇ। ਉਹ ਜੇ ਦੇ ਸਕਦੇ ਹੁੰਦੇ ਤਾਂ ਹੁਣ ਤੱਕ ਦੇ ਦਿੰਦੇ। ਤੁਸੀਂ ਇੰਨੀ ਨੇੜੇ ਸੇਵਾ ਕਰਦੇ ਹੋ, ਚੋਰ ਬਰਦਾਰ ਹੋ, ਕਿਉਂ ਨਹੀਂ ਦਿੱਤਾ ਤੁਹਾਨੂੰ। ਉਹਨੇ ਸਰਦਾਰ ਜੀ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ। ਸਰਦਾਰ ਜੀ ਦੇ ਅੰਦਰ ਵੀ ਜੋ ਸ਼ਰਧਾ ਸੀ ਉਹ ਘਟਣੀ ਸ਼ੁਰੂ ਹੋ ਗਈ ਕਿ ਵਾਕਈ ਹੀ ਮੈਂ ਇੰਨੀ ਸੇਵਾ ਕਰਦਾ, ਬਾਜਾਂ ਵਾਲੇ ਨੇ ਮੇਰਾ ਕਹਿਣਾ ਨਹੀਂ ਮੰਨਿਆ। ਕਈ ਵਾਰ ਮਨ 'ਚ ਆਉਂਦਾ ਹੈ ਕਿ ਆਪਾਂ ਬਹੁਤ ਸੇਵਾ ਕਰਦੇ ਹਾਂ, ਪਰ ਕੋਈ ਮੁਰਾਦ ਨਹੀਂ ਪੂਰੀ ਹੁੰਦੀ ਸਾਡੀ, ਤਾਂ ਆਪਾਂ ਕਹਿੰਦੇ ਹਾਂ ਇੰਨੀ ਸੇਵਾ ਕੀਤੀ, ਫਲ ਨਹੀਂ ਮਿਲਿਆ। ਉਹ ਸਿੱਖ ਵੀ ਕੁਝ ਟਾਈਮ ਸੋਚਣ ਲੱਗਿਆ
ਕਹਿੰਦਾ ਫਿਰ ਮਨ ਨੂੰ ਸਮਝਾਇਆ ਤੇ ਫਿਰ ਕਹਿਣ ਲੱਗਾ ਕਿ ਇਸ ਵਾਰ ਮੰਗਾਂਗਾ ਤਾਂ ਜ਼ਰੂਰ ਦੇਣਗੇ। ਚੋਰ ਬਰਦਾਰ ਦੀ ਸੇਵਾ ਕੀਤੀ ਤੇ ਫਿਰ ਹੱਥ ਜੋੜ ਕੇ ਖੜ ਗਿਆ। ਪਾਤਸ਼ਾਹ ਜੀ ਕਹਿੰਦੇ ਦੱਸੋ। ਕਹਿੰਦਾ ਪਾਤਸ਼ਾਹ ਜੀ ਦਾਤ ਬਖਸ਼ਿਸ਼ ਕਰ ਦਿਓ, ਘਰ ਪੁੱਤਰ ਨਹੀਂ ਪੁੱਤਰ ਬਖਸ਼ੀਸ਼ ਕਰ ਦਿਓ। ਮਹਾਰਾਜ ਜੀ ਨੇ ਫਿਰ ਉਹੀ ਗੱਲ ਕਹੀ। ਕਹਿੰਦੇ ਹਲੇ ਨਹੀਂ। ਫਿਰ 7 ਬਚਨ ਕਹੇ ਤੇ ਘਰ ਆ ਗਿਆ। ਹੁਣ ਮਨ ਪੱਕਾ ਹੋ ਗਿਆ ਕਿ ਐਵੇਂ ਹੀ ਕਹਿੰਦੇ ਨੇ ਸਾਰੇ, ਉਹ ਨਹੀਂ ਦੇ ਸਕਦੇ, ਨਹੀਂ ਦੇ ਸਕਦੇ। ਜਦੋਂ ਦੂਜੀ ਥਾਂ ਤੇ ਗਏ ਦੀਵੇ ਬਾਲੇ ਤੇ ਕੁਦਰਤ ਵੱਲੋਂ 1 ਸਾਲ ਬਾਅਦ ਘਰ ਔਲਾਦ ਹੋ ਗਈ। ਹੁਣ ਆਂਢੀ ਗੁਆਂਢੀ ਹੋਰ ਭੜਕਾਉਣ ਆ ਗਏ ਕਿ ਵੇਖ 3 ਵਾਰ ਤੇਰਾ ਸਿੰਘ ਗਿਆ, ਬਾਜਾਂ ਵਾਲੇ ਨੇ ਹਾਲੇ ਨਹੀਂ ਕਹਿ ਕੇ ਭੇਜ ਦਿੱਤਾ ਤੇ ਇੱਥੇ ਜਾਂਦਿਆਂ ਸਾਰੀ ਕਿਰਪਾ ਹੋ ਗਈ ਏ। ਹੁਣ ਉਹ ਪੂਰੇ ਅਸ਼ਰਦਕ ਹੋ ਗਏ, ਉਹ ਸਿੰਘ ਤੇ ਉਸ ਦੀ ਘਰਵਾਲੀ। ਉਹ ਕਹਿੰਦੇ ਐਵੇਂ ਹੀ ਇੰਨੀ ਸੇਵਾ ਕਰਦੇ ਰਹੇ ਹਾਂ, ਫਜ਼ੂਲ ਸੇਵਾ ਗਈ ਮੇਰੀ। ਸੰਗਤ ਜੀ ਹੁਣ ਜਿਉਂ-ਜਿਉਂ ਬੱਚਾ ਵੱਡਾ ਹੋ ਰਿਹਾ ਹੈ, ਅੱਤ ਦਾ ਸ਼ਰਾਰਤੀ, ਅੱਤ ਦਾ ਬਦਤਮੀਜ਼, ਨੱਕ 'ਚ ਦਮ ਕਰਨ ਵਾਲਾ, ਉਸ ਦੀਆਂ ਛੋਟੀ ਉਮਰ ਦੀਆਂ ਹਰਕਤਾਂ ਹੀ ਵੱਡੇ ਬੰਦਿਆਂ ਨੂੰ ਪਰੇਸ਼ਾਨ ਕਰਨ ਵਾਲੀਆਂ ਸੀ। ਕਦੇ ਜਾਂਦਾ ਕਿਸੇ ਨੂੰ ਪੱਥਰ ਮਾਰ ਆਉਂਦਾ ਹੈ, ਕਦੇ ਕਿਸੇ ਦਾ ਸਿਰ ਪਾੜ ਆਉਂਦਾ ਹੈ। ਹਰ ਰੋਜ਼ ਉਸ ਦੀਆਂ ਸ਼ਿਕਾਇਤਾਂ ਆਉਂਦੀਆਂ ਨੇ। ਪਿਓ ਨੂੰ ਪਰੇਸ਼ਾਨ ਕਰ ਦਿੱਤਾ ਸੀ ਉਸਨੇ। ਉਹ ਜਿਉਂ-ਜਿਉਂ ਵੱਡਾ ਹੁੰਦਾ ਗਿਆ, ਸ਼ਰਾਰਤਾਂ ਵੀ ਵੱਡੀਆਂ ਹੁੰਦੀਆਂ ਗਈਆਂ। ਇੱਕ ਦਿਨ ਵੀ ਉਸ ਦੇ ਮਾਪਿਆਂ ਨੇ ਉਸ ਦੇ ਜੰਮਣ ਤੋਂ ਬਾਅਦ ਸੁੱਖ ਦਾ ਦਿਨ ਨਹੀਂ ਵੇਖਿਆ। ਇੰਨਾ ਕਲਪਾਇਆ, ਇੰਨਾ ਖਪਾਇਆ, ਜੋ ਕੁਝ ਵੀ ਉਸ ਦੇ ਕੋਲ ਸੀ ਸਭ ਉਸਨੇ ਬੱਚੇ ਨੇ ਗਵਾ ਦਿੱਤਾ ਸੀ। ਮਾਂ ਪਿਓ ਨੂੰ ਕੰਗਾਲ ਕਰ ਦਿੱਤਾ। ਹਰ ਪਾਸੇ ਉਸ ਦੀ ਬਦਨਾਮੀ ਹੁੰਦੀ। ਜਦੋਂ ਮੁੰਡਾ ਚੜ੍ਹਦੀ ਜਵਾਨੀ 'ਚ ਆਇਆ, ਉਹ ਗੁਜ਼ਰ ਗਿਆ। ਮਾਂ ਦੀਆਂ ਤੇ ਆਂਦਰਾਂ ਮੂੰਹ ਨੂੰ ਆ ਗਈਆਂ। ਕੱਲਾ ਕੱਲਾ ਪੁੱਤ ਸੀ ਉਸ ਮਾਂ ਦਾ। ਜਵਾਨ ਪੁੱਤਰ ਸੀ, ਸਹਿ ਨਹੀਂ ਹੋਇਆ। ਦੋਵੇਂ ਹੈਰਾਨ ਪਰੇਸ਼ਾਨ ਸੁੰਨ ਹੋ ਗਏ ਕਿ ਇਹ ਕੀ ਭਾਣਾ ਵਰਤ ਗਿਆ। ਮਾਂ ਦਾ ਰੋ ਰੋ ਕੇ ਬੁਰਾ ਹਾਲ। ਇੱਕਦਮ ਹੋਸ਼ ਆਈ ਉਸ ਮਾਂ ਨੂੰ। ਕਹਿੰਦੀ ਜੋ ਵੀ ਨੇ ਉਹ ਬਾਜਾਂ ਵਾਲੇ ਪੂਰੇ ਨੇ, ਆਪਾਂ ਅਸ਼ਰਦਕ ਹੋ ਗਏ ਸੀ, ਗੁਨਾਹ ਕਰ ਬੈਠੇ ਸੀ ਬਾਜਾਂ ਵਾਲੇ ਤੇ ਸ਼ੱਕ ਕਰਕੇ। ਚਲੋ ਹੁਣ ਮੁੰਡੇ ਨੂੰ ਚੁੱਕੋ ਤੇ ਬਾਜਾਂ ਵਾਲੇ ਕੋਲ ਲੈ ਚੱਲੋ, ਹੁਣ ਉਹੀ ਇਹਨੂੰ ਵਾਪਸ ਕਰ ਸਕਦੇ ਨੇ। ਜਦੋਂ ਦਰਬਾਰ ਵਿੱਚ ਲੈ ਕੇ ਆਏ, ਰੋਏ ਕਲਪੇ। ਪਾਤਸ਼ਾਹ ਕਹਿੰਦੇ ਕੀ ਹੋਇਆ ਸਿੰਘਾ, ਜਦੋਂ ਦਾ ਗਿਆ ਵਾਪਸ ਨਹੀਂ ਆਇਆ। ਇੰਨੇ ਸਾਲ ਹੋ ਗਏ ਤੂੰ ਮੁੜ ਕੇ ਆਇਆ ਹੀ ਨਹੀਂ, ਹੁਣ ਕਿਉਂ ਆਇਆ ਤੇ ਇਹ ਮੁੰਡਾ ਕੌਣ ਹੈ? ਕਹਿੰਦਾ ਮਹਾਰਾਜ ਫਲਾਨੀ ਥਾਂ ਤੋਂ ਮੁੰਡਾ ਮਿਲਿਆ ਸੀ ਮੈਨੂੰ, ਫਿਰ ਚੜ੍ਹਦੀ ਜਵਾਨੀ 'ਚ ਚਲਿਆ ਗਿਆ। ਤੁਸੀਂ ਕਿਰਪਾ ਕਰੋ, ਤੁਸੀਂ ਸਭ ਕੁਝ ਕਰ ਸਕਦੇ ਹੋ। ਮਹਾਰਾਜ ਜੀ ਕਹਿੰਦੇ ਅਸੀਂ ਕੀ ਕਰ ਸਕਦੇ ਹਾਂ ਭਾਈ? ਨਹੀਂ ਮਹਾਰਾਜ ਜੀ ਤੁਸੀਂ ਸਭ ਕੁਝ ਕਰ ਸਕਦੇ ਹੋ, ਮੇਰਾ ਬੱਚਾ ਮੈਨੂੰ ਵਾਪਿਸ ਕਰ ਦਿਓ। ਮਹਾਰਾਜ ਜੀ ਕਹਿੰਦੇ ਜੋ ਵਿਧੀ ਦਾ ਵਿਧਾਨ ਹੈ, ਜੋ ਉਸ ਅਕਾਲ ਪੁਰਖ ਦੀ ਮੌਜ ਹੈ, ਉਹਦੀ ਮੌਜ 'ਚ ਤੁਸੀਂ ਖਲਲ ਨਹੀਂ ਪਾ ਸਕਦੇ। ਕਹਿੰਦਾ ਨਹੀਂ ਮਹਾਰਾਜ ਤੁਸੀਂ ਕਿਰਪਾ ਕਰੋ। ਕਹਿੰਦੇ ਇਹ ਲੈਣ ਦੇਣ ਦੇ ਸੰਬੰਧ ਸਨ, ਇਹ ਸੰਬੰਧ ਖਤਮ ਹੋ ਗਏ ਨੇ। ਉਹ ਚਲਿਆ ਗਿਆ, ਪਰ ਉਹ ਸਮਝਣ ਤੇ ਨਹੀਂ ਆਉਣ ਦੇ। ਕਹਿੰਦੇ ਠੀਕ ਹੈ, ਕੁਝ ਸਮੇਂ ਲਈ ਇਹਨੂੰ ਬੁਲਾ ਲੈਂਦੇ ਹਾਂ। ਇਹ ਕੌਣ ਸੀ, ਕਿੱਥੋਂ ਆਇਆ? ਮਹਾਰਾਜ ਜੀ ਰੁਮਾਲ ਗਿੱਲਾ ਕੀਤਾ, ਪਾਣੀ ਦਾ ਛਿੱਟਾ ਮਾਰਿਆ ਤੇ ਉਹ ਬੱਚਾ ਖੜਾ ਹੋ ਗਿਆ। ਜਦੋਂ ਖੜਾ ਹੋਇਆ, ਮਾਂ ਪਿਓ ਭੱਜੇ, ਮੇਰਾ ਪੁੱਤ ਮੇਰਾ ਪੁੱਤ। ਉਹ ਬੱਚੇ ਨੇ ਧੱਕਾ ਮਾਰਿਆ ਦੋਵਾਂ ਨੂੰ, ਹਟ ਪਾਸੇ। ਕੌਣ ਹੋ ਤੁਸੀਂ? ਕਹਿੰਦੇ ਅਸੀਂ ਤੇਰੇ ਮਾਂ ਪਿਓ ਹਾਂ। ਕਹਿੰਦਾ ਕਿਹੜੀ ਮਾਂ ਤੇ ਕਿਹੜਾ ਪਿਓ? ਉਹ ਮਹਾਰਾਜ ਨੂੰ ਪੁੱਛਣ ਲੱਗੇ ਕਿ ਇਹਨੂੰ ਕੀ ਹੋਇਆ? ਮਹਾਰਾਜ ਕਹਿੰਦੇ ਇਹ ਖੁਦ ਦੱਸੇਗਾ ਸਭ। ਉਹ ਬੱਚਾ ਬੋਲਿਆ ਕਿ ਮੈਂ ਤੁਹਾਡੇ ਕੋਲੋਂ ਹਿਸਾਬ ਪੂਰਾ ਕਰਨ ਲਈ ਆਇਆ ਸੀ। ਮੈਂ ਕੋਈ ਤੁਹਾਡਾ ਪੁੱਤਰ ਨਹੀਂ, ਇਹ ਤਾਂ ਲੈਣ ਦੇਣ ਦੇ ਸੰਬੰਧ ਸੀ। ਮੈਂ ਜੋ ਤੁਹਾਡੇ ਕੋਲੋਂ ਲੈਣਾ ਸੀ ਲੈ ਲਿਆ, ਮੇਰਾ ਹਿਸਾਬ ਪੂਰਾ ਹੋਇਆ, ਮੈਂ ਚਲਿਆ ਗਿਆ। ਕਹਿੰਦੇ ਕਿਹੜਾ ਕਰਜ਼ਾ? ਕਹਿੰਦਾ ਧਿਆਨ ਕਰ, ਜਦੋਂ ਬਹੁਤ ਸਮੇਂ ਪਹਿਲਾਂ ਇੱਕ ਮਹਾਤਮਾ ਤੁਹਾਡੇ ਘਰ ਆਏ, ਉਸ ਮਹਾਤਮਾ ਨੇ ਇੱਕ ਖੁੰਡੀ ਫੜੀ ਸੀ।
ਉਸ ਖੂੰਡੀ ਦੇ ਥੱਲੇ ਸੋਨੇ ਦੀ ਇੱਕ ਖੂੰਡੀ ਸੀ। ਇਹ ਜੋ ਤੇਰੀ ਘਰ ਵਾਲੀ ਸੀ, ਉਸ ਦੀ ਨੀਅਤ ਖਰਾਬ ਹੋ ਗਈ ਸੀ। ਉਸ ਦੇ ਭੜਕਾਉਣ ਤੇ ਤੂੰ ਉਹ ਸੋਨੇ ਦੀ ਖੂੰਡੀ ਲਾਹ ਲਈ ਸੀ। ਮਹਾਤਮਾ ਨੇ ਤੁਹਾਡੇ ਕੋਲੋਂ ਪੁੱਛਿਆ ਵੀ ਸੀ ਕਿ ਉਹ ਸੋਨੇ ਦੀ ਖੂੰਟੀ ਕਿੱਥੇ ਗਈ। ਤੁਸੀਂ ਮੁੱਕਰ ਗਏ ਸੀ ਕਿ ਸਾਨੂੰ ਨਹੀਂ ਪਤਾ। ਮਹਾਤਮਾ ਨੇ ਕਿਹਾ ਕਿ ਇਹ ਕਿਸੇ ਦੀ ਅਮਾਨਤ ਸੀ ਮੇਰੇ ਕੋਲ। ਮੈਂ ਬਦਨਾਮ ਹੋ ਜਾਵਾਂਗਾ। ਮੈਨੂੰ ਸੱਚ-ਸੱਚ ਦੱਸ ਦਿਓ। ਤੁਸੀਂ ਅਪਮਾਨ ਕਰਕੇ ਉਸ ਸਾਧੂ ਨੇ ਭਜਾ ਦਿੱਤਾ ਸੀ। ਉਸ ਮਹਾਤਮਾ ਨੇ ਜਾਂਦਿਆਂ ਜਾਂਦਿਆਂ ਕਿਹਾ ਸੀ ਕਿ ਸੂਦ ਸਮੇਤ ਵਾਪਸ ਲਵਾਂਗਾ। ਉਹ ਮਹਾਤਮਾ ਮੈਂ ਹੀ ਹਾਂ। ਕਹਿੰਦਾ ਮੈਂ ਤੇ ਬੜੀ ਦੇਰ ਪਹਿਲਾਂ ਆਉਣਾ ਚਾਹੁੰਦਾ ਸੀ, ਪਰ ਬਾਜਾਂ ਵਾਲੇ ਨੇ ਹਰ ਵਾਰ ਹੱਥ ਹਿਲਾ ਕੇ ਮੇਰੇ ਮੂੰਹ ਤੇ ਚਪੇੜ ਮਾਰ ਕੇ ਮੈਨੂੰ ਵਾਪਸ ਭੇਜ ਦਿੱਤਾ ਸੀ ਕਿ ਮੈਂ ਤੈਨੂੰ ਆਪਣੇ ਸਿੰਘ ਦੇ ਘਰ ਨਹੀਂ ਆਉਣ ਦੇਣਾ। ਉਹ ਮੇਰਾ ਸਿੰਘ ਹੈ। ਮੈਂ ਉਸ ਦੇ ਘਰ ਕੋਈ ਨੇਕ ਰੂਹ ਭੇਜਣੀ ਹੈ। ਕਹਿੰਦੇ ਤੂੰ ਫਿਰ ਬਾਜ ਨਹੀਂ ਆਇਆ। ਬਾਰ-ਬਾਰ ਆਇਆ ਤੂੰ ਮੰਗਣ, ਪਰ ਹਰ ਵਾਰ ਮੇਰੇ ਮੂੰਹ ਤੇ ਬਾਜਾਂ ਵਾਲੇ ਨੇ ਚਪੇੜ ਮਾਰ ਕੇ ਭਜਾ ਦਿੱਤਾ। ਪਰ ਤੂੰ ਫਿਰ ਅਸ਼ਰਦਕ ਹੋ ਕੇ ਦੂਜੀ ਥਾਂ ਤੇ ਜਾ ਕੇ ਮੈਨੂੰ ਮੰਗ ਲਿਆ ਤੇ ਮੇਰਾ ਬਦਲਾ ਪੂਰਾ ਹੋ ਗਿਆ। ਮੈਂ ਤੁਹਾਨੂੰ ਤਾਂ ਹੀ ਸੁੱਖ ਨਹੀਂ ਦਿੱਤਾ। ਮੈਂ ਸੁੱਖ ਦੇਣ ਨਹੀਂ ਸੀ ਆਇਆ, ਹਿਸਾਬ ਕਰਨ ਆਇਆ ਸੀ। ਗੁਰੂ ਪਿਆਰਿਓ, ਹੁਣ ਤੁਸੀਂ ਦੇਖ ਲਓ ਅਸਲੀ ਸੁੱਖ ਕਿੱਥੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।